ਸੋ ਹੁਣ ਆਪਾਂ ਗੱਲ ਕਰਨੀ ਹੈ ਹਰ ਦੂਜਾ ਚੌਥਾ ਵਿਅਕਤੀ ਜਦੋਂ ਵੀ ਕਦੇ ਮਿਲਦਾ ਹੈ ਉਹ ਕਹਿੰਦਾ ਜੀ ਮੇਰੇ ਸਿਰ ਪੀੜ ਹੋ ਰਹੀ ਹੈ, ਮੈਨੂੰ ਮਾਈਗ੍ਰੇਨ ਹੈ। ਇਹ ਬਿਮਾਰੀ ਦੁਨੀਆ ਭਰ ਦੇ ਵਿੱਚ ਕਿੰਨੇ ਕੁ ਲੋਕਾਂ ਨੂੰ ਹੈ, ਕਿੰਨੇ ਕੁ ਲੋਕ ਪੀੜਤ ਹੈ ਜੀ? ਇਹਦੀਆਂ ਜਿਹੜੀਆਂ ਲੱਛਣ ਇਹੀ ਹੈ ਜੀ ਕਿ ਸਿਰ ਦੇ ਵਿੱਚ ਪੀੜ ਹੁੰਦੀ ਹੈ ਜਾਂ ਕੁਝ ਹੋਰ ਵੀ ਹੈ? ਕਈ ਵਾਰ ਤਾਂ ਸਾਨੂੰ ਪਤਾ ਹੀ ਨਹੀਂ ਹੁੰਦਾ, ਉਹਨੂੰ ਸਾਇਲੈਂਟ ਮਾਈਗ੍ਰੇਨ ਵੀ ਕਹਿੰਦੇ ਆ। ਇਹ ਤੁਹਾਨੂੰ ਦੱਸ ਰਿਹਾ ਕਿ ਸਰੀਰ ਦੇ ਕਿਸੇ ਹੋਰ ਹਿੱਸੇ 'ਚ ਨੁਕਸ ਹੈ, ਭਾਈ ਤੇਰੇ ਮੀਟਰ ਦੱਸ ਰਿਹਾ, ਇਹਨੂੰ ਚੈੱਕ ਕਰਾ ਲੈ। ਹੁਣ ਕੀ ਮਾਈਗ੍ਰੇਨ ਆਪਣੇ ਆਪ ਦੇ ਵਿੱਚ ਬਿਮਾਰੀ ਹੈ ਜਾਂ ਇਹ ਵੀ ਕਿਸੇ ਚੀਜ਼ ਦੀ ਹੋਰ ਅਲਾਮਤ ਹੀ ਹੈ? ਮਾਈਗ੍ਰੇਨ ਅਸਲ 'ਚ ਅਸੀਂ ਬਿਮਾਰੀ ਗਿਣਦੇ। ਹੁਣ ਇਹ ਸਾਰੀਆਂ ਤੁਸੀਂ ਲੱਛਣ ਦੱਸ ਦਿੱਤੇ ਆ, ਆਪਾਂ ਇਹ ਵੀ ਦੱਸ ਦਿੱਤਾ ਕਿ ਦਰਅਸਲ ਹਲਕੇ 'ਚ ਨਾ ਲਓ, ਇਹ ਬਿਮਾਰੀ ਹੈ ਔਰ ਬਿਮਾਰੀ ਵੀ ਗੰਭੀਰ ਹੈ, ਇਹਦੀ ਦਰਦ ਵੀ ਬੜੀ ਤੇਜ਼ ਹੈ। ਇਹਦਾ ਹੱਲ ਸ਼ਰਾਬ ਤੇ ਸਿਗਰਟ, ਇਹ ਸਾਰਾ ਕੁਝ ਮੰਨ ਲਿਆ ਕਿ ਇੱਥੋਂ ਹੁੰਦੀ ਆ ਕਾਰਨ ਨੇ, ਇਸ ਤਰ੍ਹਾਂ ਦੇ ਲੱਛਣ ਨੇ, ਇਹਦਾ ਕੋਈ ਹੱਲ, ਕੋਈ ਇਲਾਜ ਵੀ ਹੈ ਜੀ? ਪਰ ਸਭ ਤੋਂ ਦੇਖੋ ਕਾਰਨ ਦੱਸਣ ਦਾ ਮਤਲਬ ਇਹ ਸੀ ਕਿ ਸਭ ਤੋਂ ਪਹਿਲਾਂ ਤਣਾਅ ਛੱਡੋ। TBN ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਸਿਹਤ ਸੰਸਾਰ, ਜਿਸ ਵਿੱਚ ਤੁਹਾਡਾ ਸਵਾਗਤ ਤੇ ਤੁਹਾਨੂੰ ਲੰਬੇ ਸਮੇਂ ਤੋਂ ਉਡੀਕ ਸੀ ਕਿ ਡਾਕਟਰ ਹਰਸ਼ਿੰਦਰ ਕੌਰ ਹੋਰਾਂ ਦੇ ਨਾਲ ਉਚੇਚੇ ਤੌਰ ਤੇ ਗੱਲਬਾਤ ਕੀਤੀ ਜਾਵੇ। ਕਹਿੰਦੇ ਉਹ ਮਜ਼ਾ ਫੋਨ ਤੇ ਨਹੀਂ ਆਉਂਦਾ ਜੋ ਮੁਲਾਕਾਤ ਵਿੱਚ ਆਉਂਦਾ ਹੈ। ਅੱਜ ਮੁਲਾਕਾਤ ਕਰਨ ਵਾਸਤੇ ਉਚੇਚੇ ਤੌਰ ਤੇ ਉਹਨਾਂ ਦੇ ਪਟਿਆਲੇ ਗ੍ਰਹਿ ਦੇ ਵਿੱਚ ਮੈਂ ਪਹੁੰਚਿਆ। ਘਰ ਦੇ ਵਿੱਚ ਬੈਠ ਕੇ ਘਰੇਲੂ ਮਾਹੌਲ ਦੇ ਵਿੱਚ ਗੱਲਾਂ ਬਾਤਾਂ ਕਰਾਂਗੇ ਔਰ ਬਹੁਤ ਵਾਰ ਇਸ ਮਸਲੇ 'ਤੇ ਗੱਲਬਾਤ ਕੀਤੀ ਹੈ ਕਿ ਮਾਈਗ੍ਰੇਨ ਕੀ ਹੈ, ਇਹ ਕਿਉਂ ਹੁੰਦੀ ਹੈ, ਕਿਹਦਾ ਦਰਅਸਲ ਕੋਈ ਹੱਲ ਹੈ, ਕੀ ਇਹ ਕੋਈ ਬਿਮਾਰੀ ਹੈ, ਇਹ ਕਿਉਂ ਹੁੰਦੀ ਹੈ, ਇਹਦੇ ਲੱਛਣ ਕੀ ਹੁੰਦੇ ਨੇ, ਇਹਦੇ ਕਾਰਨ ਕੀ ਹੁੰਦੇ ਨੇ। ਵਿਸਥਾਰਤ ਗੱਲਬਾਤ ਕਰਾਂਗੇ। ਮੈਨੂੰ ਉਮੀਦ ਨਹੀਂ, ਯਕੀਨ ਹੈ ਕਿ ਅੱਜ ਦਾ ਇਹ ਪ੍ਰੋਗਰਾਮ ਤੁਹਾਡੇ ਬਹੁਤਿਆਂ ਦੇ ਵਾਸਤੇ ਲਾਹੇਵੰਦ ਸਾਬਤ ਹੋਏਗਾ। ਆਓ ਸਭ ਤੋਂ ਪਹਿਲਾਂ ਡਾਕਟਰ ਹਰਸ਼ਿੰਦਰ ਕੌਰ ਦੇ ਬਾਬਤ ਬਹੁਤੀ ਜਾਣਕਾਰੀ ਦੇਣ ਦੀ ਲੋੜ ਨਹੀਂ। ਉਹ ਬੱਚਿਆਂ ਦੇ ਸਪੈਸ਼ਲਿਸਟ ਡਾਕਟਰ ਨੇ, ਉੱਘੇ ਸਮਾਜ ਸੇਵਕਾਂ ਨੇ, ਚੰਗੀ ਲੇਖਕਾਂ ਨੇ ਔਰ ਸਭ ਤੋਂ ਵਧੀਆ ਗੱਲ, ਉਹ ਇੱਕ ਚੰਗੇ ਇਨਸਾਨ ਨੇ ਅਤੇ ਚੰਗੇ ਪਰਿਵਾਰ ਵਿੱਚ ਪੈਦਾ ਹੋਏ ਨੇ। ਭੈਣ ਜੀ, ਤੁਹਾਡਾ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਧੰਨਵਾਦ, ਤੁਸੀਂ ਪਟਿਆਲੇ ਆਏ। ਸੱਚਮੁੱਚ ਅੱਜ ਤਾਂ ਦਿਨ ਭਾਵੇਂ ਠੰਡ ਬਹੁਤ ਜ਼ਿਆਦਾ ਹੈ, ਪਰ ਤੁਹਾਡੇ ਆਉਣ ਦਾ ਨਿੱਘ ਵੀ ਕਮਾਲ ਹੀ ਮਹਿਸੂਸ ਹੋ ਰਿਹਾ ਹੈ। ਤੁਹਾਡੀ ਸ਼ਖਸੀਅਤ ਸੱਚਮੁੱਚ ਬੜੀ ਉੱਚੀ ਹੈ, ਸੁੱਚੀ ਹੈ, ਨਿਆਰੀ ਵੀ ਹੈ ਅਤੇ ਨਾਲ ਨਾਲ ਪਿਆਰੀ ਵੀ ਹੈ। ਸਾਨੂੰ ਵੀ ਤੁਹਾਡੇ ਰਿਸ਼ਤੇ ਦਾ ਬਹੁਤ ਜ਼ਿਆਦਾ ਨਿੱਘ ਮਹਿਸੂਸ ਹੋ ਰਿਹਾ ਹੈ। ਅਤੇ ਹੁਣ ਸਿਹਤ ਸੰਸਾਰ ਆਪਣਾ ਪ੍ਰੋਗਰਾਮ ਚੱਲਦਾ ਹੈ, ਉਹਦੇ ਵਿੱਚ ਅਕਸਰ ਮੈਨੂੰ ਅਸਲ ਦੇ ਵਿੱਚ ਦਰਸ਼ਕਾਂ ਦੇ ਵੱਲੋਂ ਹੁਕਮ ਲੱਗਦਾ ਹੈ ਕਿ ਡਾਕਟਰ ਹਰਸ਼ਿੰਦਰ ਕੌਰ ਕਿਉਂ ਨਹੀਂ ਸ਼ਾਮਲ ਹੁੰਦੇ। ਮੈਂ ਅੱਜ ਤੁਹਾਡੇ ਨਾਲ ਅੱਖ ਨਹੀਂ ਮਿਲਾ ਸਕ ਰਿਹਾ ਕਿਉਂਕਿ ਇਹ ਮੈਨੂੰ ਕਹਿੰਦੇ ਰਹਿੰਦੇ ਨੇ। ਇਹ 'ਚ ਨਲਾਇਕੀ ਕਿਤੇ ਮੇਰੀ ਸੀ। ਅੱਜ ਉਚੇਚੇ ਤੌਰ ਤੇ ਇਸੇ ਕਰਕੇ ਬਾਹਰ ਧੁੰਦ ਸੀ, ਉਹਦੇ ਬਾਵਜੂਦ ਵੀ ਮੈਂ ਸੋਚਿਆ ਕਿ ਨਾ, ਇਹ ਜਿਹੜਾ ਉਲਾਮੇ ਸ਼ਿਕਾਇਤਾਂ ਮਿਲਦੀਆਂ ਨੇ, ਇਹਨੂੰ ਥੋੜ੍ਹੀ ਹੱਦ ਤੱਕ ਦੂਰ ਕਰ ਸਕਾਂ। ਸੋ ਉਮੀਦ ਹੈ ਕਿ ਤੁਸੀਂ ਵੀ ਬਖਸ਼ੋਗੇ ਤੇ ਦਰਸ਼ਕ ਵੀ ਬਖਸ਼ਣਗੇ ਜੀ। ਬਿਲਕੁਲ, ਮੈਂ ਸਮਝ ਸਕਦੀ ਹਾਂ ਇਹ ਪੇਸ਼ਾ, ਕਿਉਂਕਿ ਮੇਰਾ ਵੀ ਉਸੇ ਤਰੀਕੇ ਦਾ ਉਂਝ ਦਾ ਹੀ ਤੁਹਾਡਾ। ਮੈਂ ਸਮਝ ਸਕਦੀ ਹਾਂ ਵੀ ਇਹ ਰੁਝੇਵੇਂ ਵਾਕਈ ਕਈ ਵਾਰ ਸਮਾਂ ਨਹੀਂ ਦਿੰਦੇ ਜੀ। ਸੋ ਹੁਣ ਆਪਾਂ ਗੱਲ ਕਰਨੀ ਹੈ ਹਰ ਦੂਜਾ ਚੌਥਾ ਵਿਅਕਤੀ ਜਦੋਂ ਵੀ ਕਦੇ ਮਿਲਦਾ ਹੈ ਉਹ ਕਹਿੰਦਾ ਜੀ ਮੇਰੇ ਸਿਰ ਪੀੜ ਹੋ ਰਹੀ ਹੈ, ਮੈਨੂੰ ਮਾਈਗ੍ਰੇਨ ਹੈ। ਉਹ ਕਹਿੰਦਾ ਮੈਨੂੰ ਕੁਝ ਵੀ ਚੰਗਾ ਨਹੀਂ ਦੁਨੀਆ 'ਤੇ ਲੱਗਦਾ ਕਿ ਕੰਧ 'ਚ ਟੱਕਰਾਂ ਮਾਰਾਂ, ਮੈਨੂੰ ਕੋਈ ਬੁਲਾਵੇ ਨਾ, ਮੈਂ ਹਨੇਰੇ ਕਮਰੇ 'ਚ ਵੜ ਜਾਵਾਂ, ਮੈਨੂੰ ਕੰਮ ਕਰਨ ਨੂੰ ਕੋਈ ਹੋਵੇ ਨਾ, ਵਗੈਰਾ ਵਗੈਰਾ। ਸਭ ਤੋਂ ਪਹਿਲਾਂ ਮੈਨੂੰ ਦੱਸਿਓ ਜੀ, ਇਹ ਬਿਮਾਰੀ ਦੁਨੀਆ ਭਰ ਦੇ ਵਿੱਚ ਕਿੰਨੇ ਕੁ ਲੋਕਾਂ ਨੂੰ ਹੈ, ਕਿੰਨੇ ਕੁ ਲੋਕ ਪੀੜਤ ਹੈ ਜੀ? ਇਹਦੀਆਂ ਜਿਹੜੀਆਂ ਲੱਛਣ ਇਹੀ ਹੈ ਜੀ ਕਿ ਸਿਰ ਦੇ ਵਿੱਚ ਪੀੜ ਹੁੰਦੀ ਹੈ ਜਾਂ ਕੁਝ ਹੋਰ ਵੀ ਹੈ? ਜੀ ਬਿਲਕੁਲ, ਦੇਖੋ ਬਹੁਤ ਭਾਰੀ ਗਿਣਤੀ ਜੇ ਇਹਨਾਂ ਮਰੀਜ਼ਾਂ ਦੀ, ਤੇ ਕਈ ਵਾਰ ਤਾਂ ਸਾਨੂੰ ਪਤਾ ਹੀ ਨਹੀਂ ਹੁੰਦਾ, ਉਹਨੂੰ ਸਾਇਲੈਂਟ ਮਾਈਗ੍ਰੇਨ ਵੀ ਕਹਿੰਦੇ ਆ। ਸਾਨੂੰ ਪਤਾ ਹੀ ਨਹੀਂ ਹੁੰਦਾ ਵੀ ਵਾਕਈ ਸਾਨੂੰ ਇਹ ਮਾਈਗ੍ਰੇਨ ਹੋ ਗਈ, ਕਿਉਂਕਿ ਸਾਨੂੰ ਸਿਰਫ ਥਕਾਵਟ, ਸਿਰ ਭਾਰਾ ਹੀ ਮਹਿਸੂਸ ਹੋਈ ਜਾਂਦਾ। ਸੋ ਇਹ ਇੰਨੀ ਕੁ ਵੱਡੀ ਗਿਣਤੀ ਹੈ ਕਿ ਲਗਭਗ ਹਰ ਕਹਿ ਲਓ 10 ਚੋਂ ਇੱਕ ਨੂੰ ਜਾਂ 10% ਸਾਡੀ ਪੂਰੀ ਦੁਨੀਆ ਭਰ ਦੀ ਪਾਪੂਲੇਸ਼ਨ ਇਹਦੇ ਨਾਲ ਪੀੜਤ ਹੈ। ਹੁਣ ਉਹਨਾਂ ਵਿੱਚੋਂ ਤੁਸੀਂ ਲੱਗੇਗਾ ਤੁਹਾਨੂੰ ਮਜ਼ਾਕ, ਪਰ 3 ਗੁਣਾ ਵੱਧ ਔਰਤਾਂ ਇਹਦੇ ਨਾਲ ਪੀੜਤ ਨੇ। ਅੱਛਾ, ਉਹਦਾ ਕੋਈ ਖਾਸ ਕਾਰਨ ਹੁੰਦਾ ਜੀ? ਬਿਲਕੁਲ, ਉਹ ਵੀ ਮੈਂ ਦੱਸਾਂਗੀ, ਕਿਉਂਕਿ ਹਾਰਮੋਨਲ ਇੱਕ ਅਹਿਮ ਕਾਰਨ ਹੈ ਜਿਹਦੇ ਵਿੱਚ ਮੈਨਸਟ੍ਰੇਸ਼ਨ ਹੋਣੀ ਵੀ, ਕਿਉਂਕਿ ਉਹ ਜਦੋਂ ਚੇਂਜ ਹਾਰਮੋਨਸ ਦੀ ਹੁੰਦੀ ਹੈ, ਉਹ ਵੀ ਬਹੁਤ ਅਹਿਮ ਕਾਰਨ ਬਣ ਜਾਂਦਾ। ਉਹਦੇ ਵਿੱਚ ਹੀ ਖਾਸ ਤੌਰ 'ਤੇ ਜਿਹਦੇ 'ਚ ਅਸੀਂ ਐਕਸਟ੍ਰੀਮ ਵੈਦਰ ਕੰਡੀਸ਼ਨਸ ਕਹਿ ਦਿੰਦੇ ਹਾਂ ਕਿ ਜਾਨੀ ਬਹੁਤ ਐਕਸਟ੍ਰੀਮ ਠੰਡ ਹੋ ਜਾਣੀ, ਜਿਵੇਂ ਅੱਜ ਹੈ। ਅੱਜ ਬਰਫ਼ ਤੱਕ ਪੰਜਾਬ ਵਿੱਚ ਪੈ ਗਈ ਨੇ ਵਾਲੇ ਪਾਸੇ, ਜੋ ਕਿ ਪੁੱਛੋ ਮੰਡੀ ਨੇੜੇ ਕਹਿੰਦੇ ਨੇ ਬਰਫ਼ ਵੀ ਡਿੱਗੀ ਹੈ। ਸੋ ਇਹ ਸਾਰਾ ਜੇ ਅਸੀਂ ਦਾਰੋਮਦਾਰ ਦੇਖਿਆ, ਆਮ ਲੋਕ ਸਮਝਦੇ ਨੇ ਕਿ ਸ਼ਾਇਦ ਜੇ ਸਿਰ ਦਾ ਇੱਕ ਪਾਸਾ ਤਿੱਖੀ ਪੀੜ ਹੋ ਰਹੀ ਹੈ, ਜੋ ਕਿ ਹਲਕੀ ਹਲਕੀ ਸ਼ੁਰੂ ਹੋਈ
ਫਿਰ ਇੱਕਦਮ ਇੰਨੀ ਤਿੱਖੀ ਕਿ ਬਰਦਾਸ਼ਤ ਤੋਂ ਬਾਹਰ ਹੋ ਜਾਂਦੀ ਹੈ। ਜਿਸ ਤੋਂ ਪਹਿਲਾਂ ਤੁਹਾਨੂੰ ਜਿਵੇਂ ਚਮਕਦੀਆਂ ਲਾਈਟਾਂ ਜਾਂ ਕੋਈ ਮੂੰਹ 'ਚ ਸਵਾਦ ਵੱਖ ਆ ਜਾਣਾ ਜਾਂ ਕੁਛ ਅਜੀਬ ਜਿਹੀ ਭੈੜੀ ਜਿਹੀ ਖੁਸ਼ਬੂ ਬਦਬੂ ਆ ਜਾਣੀ, ਯਾਨੀ ਇਸ ਤਰ੍ਹਾਂ ਦੇ ਕਈ ਤਰ੍ਹਾਂ ਦੇ ਲੱਛਣ ਨੇ ਜਿਹੜੇ ਦਿਸ ਜਾਂਦੇ ਨੇ, ਜਿਨ੍ਹਾਂ 'ਚ ਖੁਰਕ ਹੋਣ ਲੱਗ ਜਾਣੀ, ਦਿਲ ਕੱਚਾ ਜਿਹਾ, ਜਾਂ ਬਹੁਤ ਸਾਰੇ ਲੱਛਣ ਨੇ ਜੋ ਪਹਿਲਾਂ ਦਿਸ ਜਾਂਦੇ ਨੇ। ਉਹਨੂੰ ਔਰਾ ਅਸੀਂ ਕਹਿ ਦਿੰਦੇ ਹਾਂ। ਸੋ ਉਸ ਤੋਂ ਬਾਅਦ ਜਿਹੜੀ ਇਹ ਦਰਦ ਸ਼ੁਰੂ ਹੁੰਦੀ ਹੈ ਬੜੀ ਕਿਸਮਾਂ ਦੀ ਹੈ। ਇੱਕ ਤਾਂ ਜਿਵੇਂ ਹੋਇਆ ਥੋੜੀ ਦੇਰ ਤੁਹਾਡੇ 4 ਘੰਟੇ ਰਹਿ ਗਈ ਤੇ ਫਿਰ ਚਲੀ ਗਈ, ਜਾਂ ਕਈ ਵਾਰ ਕਿਸੇ ਦੇ 2-2 3-3 ਦਿਨ ਵੀ ਰਹਿ ਜਾਂਦੀ ਹੈ, ਕਈਆਂ ਨੂੰ ਸਾਲ 'ਚ ਹੀ ਸਿਰਫ 2 ਵਾਰ ਹੁੰਦੀ ਹੈ, ਜਾਂ ਫਿਰ ਕਈ ਵਾਰ ਉਹੀ ਪੀੜ ਜੋ ਤੁਹਾਨੂੰ ਲੱਗਦਾ ਹੈ ਵੀ ਹੁਣ ਸ਼ੁਰੂ ਹੋਈ 3 ਘੰਟੇ, ਉਹਨੂੰ ਇੱਕ ਤਰੀਕੇ ਨਾਲ ਉਹ ਲੰਬਾ ਚੱਲਦੀ 6-6 ਘੰਟੇ ਵੀ ਕਈ ਵਾਰ ਉਹ ਲਗਾਤਾਰ ਰਹਿ ਜਾਂਦੀ ਹੈ, ਕਿਉਂਕਿ ਜਿਸ ਕਾਰਨ ਨਾਲ ਸ਼ੁਰੂ ਹੋਈ ਉਹ ਬਹੁਤ ਅਹਿਮ ਹੈ। ਜਿਨ੍ਹਾਂ ਵਿੱਚ ਜਿਵੇਂ ਮਿਸਾਲ ਵਜੋਂ ਆਪਾਂ 2 ਕਾਰਨ ਦੱਸੇ ਵੀ ਇੱਕਦਮ ਤਾਪਮਾਨ 'ਚ ਕਾਫੀ ਗੜਬੜੀ ਹੋਈ ਹੋਵੇ, ਜਾਂ ਤੁਸੀਂ ਕਾਫੀ ਤਗੜੀ ਕਸਰਤ ਕਰਕੇ ਆਏ ਹੋ। ਅੱਛਾ ਜੀ। ਸੋ ਉਹਦੇ ਵਿੱਚ ਵੀ ਇਹ ਕਾਫੀ ਅਹਿਮ ਇੱਕ ਕਾਰਨ ਬਣ ਜਾਂਦਾ ਹੈ ਕਿ ਤੁਸੀਂ ਹੱਦੋਂ ਵੱਧ ਕਸਰਤ ਕਰ ਚੁੱਕੇ ਹੋਵੋ ਤਾਂ ਵੀ, ਜਾਂ ਫਿਰ ਤੁਸੀਂ ਸਰੀਰਕ ਸੰਬੰਧ ਬਣਾਏ ਹੋਣ ਬੜੇ ਐਗਰੈਸਿਵ, ਉਹਨਾਂ ਨਾਲ ਵੀ ਇਹ ਕਾਫੀ ਹੋ ਜਾਂਦੀ ਹੈ। ਫਿਰ ਆਮ ਤੌਰ 'ਤੇ ਜਦੋਂ ਤੁਸੀਂ ਜਿਵੇਂ ਨਾਰਮਲ ਕੰਮ 'ਚ ਇੰਨੇ ਰੁਝੇਵਿਆਂ 'ਚ ਲੰਘ ਗਏ ਹੋ ਕਿ ਤੁਹਾਨੂੰ ਇੱਕ ਵੇਲੇ ਦੀ ਮੀਲ ਖਾਣਾ ਇੱਕ ਮਿਸ ਕਰਨਾ ਪੈ ਗਿਆ, ਇਹ ਵੀ ਅਹਿਮ ਕਾਰਨ ਬਣ ਜਾਂਦਾ ਜੇ, ਜਿਹਦੇ ਵਿੱਚ ਫਿਰ ਕਿੰਨਾ ਕੁ ਤਣਾਅ ਤੁਸੀਂ ਜਰ ਸਕਦੇ ਹੋ। ਅੱਛਾ, ਕਿ ਫਿਰ ਤਣਾਅ ਤਾਂ ਦੁਨੀਆ ਸਾਰੀ ਭੱਜੀ ਫਿਰਦੀ ਹੈ ਜੀ ਹੁਣ, ਪਰ ਉਹਨੂੰ ਜਰਨ ਦਾ ਢੰਗ ਤੁਹਾਡਾ ਕਿਸ ਤਰ੍ਹਾਂ ਦਾ, ਯਾਨੀ ਤੁਸੀਂ ਉਸ ਤਣਾਅ ਦੇ ਨਾਲ ਉਹਨੂੰ, ਜਿਵੇਂ ਪਰਸਨੈਲਿਟੀ ਟਾਈਪਸ ਹੁੰਦੀਆਂ ਵੀ, ਟਾਈਪ A ਪਰਸਨੈਲਿਟੀ, B ਪਰਸਨੈਲਿਟੀ, ਕਿ ਤੁਸੀਂ ਤੁਹਾਨੂੰ ਖੁਸ਼ੀ ਇਸ ਮਹਿਸੂਸ ਹੁੰਦੀ ਹੈ ਕਿ ਮੈਂ ਅਗਾਂਹ ਲੰਘਣਾ, ਮੈਂ ਡਟਣਾ, ਮੈਂ ਲੜਨਾ, ਜਿਵੇਂ ਬਹੁਤੇ ਪੰਜਾਬੀ ਅਸੀਂ ਹੁੰਦੇ ਹਾਂ, ਸਾਡਾ ਸੁਭਾਅ ਹੈ, ਸਾਡੀ ਤਸਵੀਰ ਹੈ ਸਾਡੇ ਖੂਨ ਦੀ। ਸੋ ਅਸੀਂ ਤਾਂ ਜਿਵੇਂ ਉਹਨੂੰ ਸਟ੍ਰੈਸ ਨੂੰ ਜੂਝਦੇ ਹੀ ਤੁਰੀ ਜਾਂਦੇ ਹਾਂ। ਜੀ ਜੀ ਜੀ। ਪਰ ਹੁਣ ਅਫਸੋਸ ਕਿ ਅਸੀਂ ਉਸ ਤਰ੍ਹਾਂ ਦੇ ਰਹੇ ਨਹੀਂ, ਅਸੀਂ ਸਟ੍ਰੈਸ ਨੂੰ ਜਰਨਾ ਨਹੀਂ ਜਾਣਦੇ, ਅਸੀਂ ਉਹਨੂੰ ਇੱਕਦਮ ਜਦੋਂ ਕੱਢਦੇ ਹਾਂ ਕਿ ਅੱਗੇ ਲੰਘ ਗਿਆ ਗੋਲੀ ਮਾਰ ਦੇਣੀ, ਅਸੀਂ ਇਹ ਕਰ ਦੇਣਾ, ਯਾਨੀ ਜੋ ਅਸੀਂ ਆਪਣਾ ਢੰਗ ਤਰੀਕਾ ਐਗਰੈਸਿਵਨੈਸ ਜੋ ਤਬਦੀਲ ਕਰ ਲਈ ਜੇ, ਉਹ ਅਹਿਮ ਹੋ ਗਈ। ਸਾਡੇ ਹਾਰਟ ਅਟੈਕਸ, ਨੌਜਵਾਨ ਮੌਤਾਂ, ਤੇ ਜਿਵੇਂ ਇਸ ਤਰ੍ਹਾਂ ਦੀਆਂ ਬਿਮਾਰੀਆਂ ਜਿਨ੍ਹਾਂ ਵਿੱਚ ਸਾਨੂੰ ਇਹ ਹੌਲੀ ਹੌਲੀ ਚਿੰਬੜਦੀ ਪਈ ਹੈ, ਇਹ ਵਾਕਈ ਬਹੁਤ ਅਹਿਮ। ਕੁਝ ਕਿਸਮ ਦੇ ਖਾਣੇ ਜਿਵੇਂ ਜਿਨ੍ਹਾਂ 'ਚ ਬਹੁਤ ਤੇਜ਼ ਮਿਰਚਾਂ ਹੋਣ, ਜਾਂ ਬਹੁਤ ਜ਼ਿਆਦਾ ਜਿਨ੍ਹਾਂ 'ਚ ਕਹਿ ਲਓ ਵੀ ਨੱਕ ਨੂੰ ਖੁਸ਼ਬੂ ਉਹਦੀ ਤੁਹਾਨੂੰ ਇੱਕਦਮ ਚੜੇ ਕਰਦੀ ਹੋਵੇ, ਚੜੇ ਇੱਕਦਮ, ਜਾਂ ਬਹੁਤ ਤੇਜ਼ ਆਵਾਜ਼ਾਂ ਤੁਹਾਨੂੰ ਇੱਕਦਮ ਜਿਵੇਂ ਜ਼ੋਰ ਦੀ ਤੁਹਾਡੇ ਲੱਗ ਰਹੇ ਹੁੰਦੇ ਨੇ, ਜਿਵੇਂ DJs ਲੱਗ ਰਹੇ ਨੇ, ਜਾਂ ਉਸ ਤਰ੍ਹਾਂ ਦੀ, ਜਾਂ ਜਗਰਾਤਾ ਚੱਲ ਰਿਹਾ ਤੁਹਾਨੂੰ ਇੱਕਦਮ ਉਹ ਹੋ ਗਿਆ, ਜਾਂ ਤੁਹਾਡੀ ਨੀਂਦਰ ਪੂਰੀ ਨਾ ਆਉਂਦੀ ਹੋਵੇ। ਅੱਛਾ ਜੀ। ਯਾਨੀ ਜਿਵੇਂ ਇਹੀ ਇੱਕ ਤਾਂ ਜਗਰਾਤਾ ਹੋ ਗਿਆ, ਕੋਈ ਪੇਪਰ ਇਸ ਤਰ੍ਹਾਂ ਦੇ ਚੱਲ ਰਹੇ ਨੇ, ਜਾਂ ਤੁਹਾਡੀਆਂ ਕੋਈ ਮੀਟਿੰਗਸ ਐਨੀਆਂ ਜਿਨ੍ਹਾਂ ਲਈ ਲੇਟ ਤੁਹਾਨੂੰ ਰਾਤ ਤੱਕ ਜਾਗਣਾ ਪੈਂਦਾ, ਉਹ ਕਰਨਾ ਪਿਆ। ਸੋ ਇਹ ਚੀਜ਼ਾਂ ਨੇ ਜਿਹੜੀਆਂ ਤੁਹਾਨੂੰ ਪ੍ਰੋਨ ਕਰ ਦਿੰਦੀ, ਯਾਨੀ ਤੁਹਾਨੂੰ ਇਹ ਮਿਗਰੇਨ ਹੋਣ ਦੇ ਖਤਰਾ ਜਿਹੜਾ ਵਧਾ ਦਿੰਦੀ ਹੈ। ਹੁਣ ਇਹਨਾਂ ਵਿੱਚ ਤੁਸੀਂ ਦੇਖਦੇ ਹੋ ਬੜੇ ਕਈ ਵਾਰ ਤੁਸੀਂ ਆਪ ਜੱਜ ਕਰ ਲੈਂਦੇ ਹੋ ਕਿ ਕੋਈ ਬੰਦਾ ਬੈਠਾ ਲਗਾਤਾਰ ਉਬਾਸੀਆਂ ਹੀ ਲਈ ਜਾ ਰਿਹਾ ਤੇ ਉਸ ਤੋਂ ਬਾਅਦ ਥੋੜਾ ਸਿਰ ਜਿਹਾ ਫੜ ਕੇ ਬੈਠ ਗਿਆ, ਨੀਂਦਰ ਆ ਰਹੀ, ਜਾਂ ਠੀਕ ਨਹੀਂ ਹੈ, ਦਿਲ ਕੱਚਾ ਜਿਹਾ ਹੋ ਰਿਹਾ, ਇਸ ਤਰ੍ਹਾਂ ਦਾ ਮਹਿਸੂਸ ਜਿਵੇਂ ਹੋਣ ਲੱਗ ਜਾਵੇ, ਉਹ ਵੀ ਤੁਹਾਡਾ ਇੱਕ ਲੱਛਣ ਹੀ ਹੁੰਦਾ ਜਾ ਰਿਹਾ ਕਿ ਹਾਂ ਇਹਨੂੰ ਮਾਈਗ੍ਰੇਨ ਹੋ ਰਹੀ ਹੈ। ਹੁਣ ਇਹ ਜ਼ਰੂਰੀ ਨਹੀਂ ਕਿ ਸਿਰ ਹੀ ਦੁਖੇ, ਕਈ ਵਾਰ ਤੁਹਾਡੀਆਂ ਅੱਖਾਂ ਦੇ ਪਿੱਛੇ ਇੱਥੋਂ ਮਹਿਸੂਸ ਹੁੰਦਾ ਵੀ ਬਹੁਤ ਸਖਤ, ਕਈ ਵਾਰੀ ਕਹਿੰਦੇ ਨੇ ਤਿੱਖੀ ਲਿਸ਼ਕੋਰ ਪਈ, ਯਾਰ ਮੇਰੇ ਇੱਥੇ ਬਹੁਤ ਚੀਜ਼ ਪਈ ਹੈ, ਬਸ ਚੀਜ਼ ਪਈ, ਉਹ ਉਸ ਤਰ੍ਹਾਂ, ਜਾਂ ਫਿਰ ਤੁਹਾਡੇ ਗਰਦਨ 'ਚ ਵੀ ਕਈ ਵਾਰ ਇੱਥੇ ਇਦਾਂ ਦਰਦ ਹੋ ਰਹੀ ਹੈ, ਜਾਂ ਕਈ ਵਾਰ ਮੂੰਹ ਦੇ ਉੱਤੇ ਵੀ ਇੱਕ ਪਾਸਾ ਤੁਹਾਨੂੰ ਲੱਗਦਾ ਵੀ ਬਹੁਤ ਤਿੱਖੀ ਦਰਦ ਹੋਈ ਹੈ, ਉਹ ਵੀ ਇਸੇ ਚੀਜ਼ ਦਾ ਲੱਛਣ ਹੈ। ਇਹਦੇ 'ਚ ਇੱਕ ਇੰਟਰਸਟਿੰਗ ਚੀਜ਼ ਦੱਸਦੇ ਹਾਂ, ਕਈ ਵਾਰ ਦੰਦ ਦੀ ਪੀੜ ਹੀ ਤੁਹਾਨੂੰ ਉੱਥੇ ਦਰਦ ਦੇਈ ਜਾਂਦੀ ਹੈ, ਯਾਨੀ ਰੈਫਰਡ ਪੇਨਸ ਵੀ ਹੁੰਦੀਆਂ, ਜ਼ਰੂਰੀ ਨਹੀਂ ਕਿ ਇਹੀ ਹੈ। ਸਾਈਨਸਾਈਟਸ ਹੈ, ਸਾਈਨਸਿਸ ਤੁਹਾਡੇ ਰੇਸ਼ੇ ਦੇ ਭਰੇ ਪਏ ਆ, ਉਹਨਾਂ ਕਾਰਨ ਵੀ ਹੋ ਸਕਦੀ ਹੈ। ਕਈ ਵਾਰ ਤੁਹਾਡੀ ਨਜ਼ਰ ਦੀ ਕਮਜ਼ੋਰੀ ਹੁੰਦੀ ਹੈ, ਤੁਹਾਨੂੰ ਪਤਾ ਹੀ ਨਹੀਂ ਹੁੰਦਾ, ਸੋ ਉਸ ਕਾਰਨ ਤੁਹਾਡੀ ਸਿਰ ਦਰਦ ਉਧਰੋਂ ਕਾਫੀ ਤੇਜ਼ ਹੁੰਦੀ ਰਹਿੰਦੀ ਹੈ। ਸੋ ਇਹ ਪਰ ਉਹ ਦਰਅਸਲ ਫਿਰ ਮਾਈਗ੍ਰੇਨ ਨਹੀਂ ਹੁੰਦੀ ਜੀ, ਨਹੀਂ ਹੁੰਦੀ, ਤਾਂ ਹੀ ਮੈਂ ਕਹਿ ਰਹੀ ਹਾਂ ਕਿ ਉਹ ਸਗੋਂ ਕਈ ਵਾਰ ਨਿਗਾਹ ਅਸੀਂ ਦੇਖਿਆ ਬੱਚਿਆਂ ਦੀ ਪੂਰੀ ਹੋਈ ਚਲੀ ਗਈ ਹੁੰਦੀ, ਇੱਕ ਪਾਸੇ ਦੀ ਇੰਨੀ ਵਧੀ ਹੁੰਦੀ ਹੈ ਕਿ ਉਹ ਸਿਰ ਪੀੜ ਆਪਣਾ ਮਾਈਗ੍ਰੇਨ ਦੀਆਂ ਦਵਾਈਆਂ ਲਈ ਜਾਂਦੇ ਨੇ, ਜਦ ਕਿ ਪਤਾ ਹੀ ਨਹੀਂ ਲੱਗਦਾ ਵੀ ਨੁਕਸ ਤਾਂ ਕੋਈ ਹੋਰ ਸੀ। ਇਸੇ ਤਰ੍ਹਾਂ ਬਹੁਤ ਅਹਿਮ ਲੱਛਣ ਜੇ ਕਈ ਵਾਰ ਇਸ ਤਰ੍ਹਾਂ ਦੀ ਕੋਈ ਅੰਦਰ ਤੁਹਾਡੀ ਨਸ ਬੰਦ ਹੋ ਰਹੀ ਹੋਵੇ, ਜਾਂ ਤੁਹਾਡੇ
ਕੈਂਸਰ ਦੀ ਵੀ, ਕੋਈ ਕਿਸੇ ਰਸੌਲੀ ਦੀ ਅੰਦਰ ਜਿਹੜੀ ਚੀਜ਼ ਹੋਵੇ ਉਹਦੇ ਕਾਰਨ ਵੀ ਇਹ ਚੀਜ਼ਾਂ ਇਸ ਤਰ੍ਹਾਂ ਦੀ ਦਰਦ। ਸੋ ਇਸ ਕਰਕੇ ਦਰਦ ਅਣਗੌਲੀ ਤਾਂ ਬਿਲਕੁਲ ਛੱਡਣੀ ਨਹੀਂ ਚਾਹੀਦੀ। ਜੀ ਜੀ। ਕਈ ਵਾਰ ਤੁਹਾਡਾ ਵਧਿਆ ਹੋਇਆ ਬਲੱਡ ਪ੍ਰੈਸ਼ਰ, ਉਹ ਵੀ ਇਸੇ ਤਰ੍ਹਾਂ ਦੇ ਕਈ ਵਾਰ ਲੱਛਣ ਤੁਹਾਨੂੰ ਲੱਗ ਸਕਦੇ ਨੇ। ਤੇ ਕਈ ਵਾਰ ਤੁਹਾਨੂੰ ਹੁੰਦਾ ਵੀ ਹੱਥ ਜਾਂ ਪੈਰ ਸੁੰਨ ਹੋ ਰਹੇ ਨੇ, ਨੰਬਨੈਸ ਜਾਂ ਟਿੰਗਲਿੰਗ ਜੀ, ਜਿਵੇਂ ਸੂਈਆਂ ਚੁੱਭ ਰਹੀਆਂ, ਐਦਾਂ ਦੀ ਮਹਿਸੂਸ ਵੀ ਹੋ ਜਾਂਦਾ, ਜੋ ਕਿ ਮਾਈਗ੍ਰੇਨ ਵਿੱਚ ਵੀ ਹੋ ਸਕਦਾ। ਪਰ ਇਹ ਇੱਕ ਹੋਰ ਵੀ ਵਿਟਾਮਿਨ ਦੀ ਕਮੀ ਵੀ, ਤੁਹਾਡੀ ਨਸ ਦੀ ਕਮਜ਼ੋਰੀ ਵੀ, ਈਵਨ ਸ਼ੱਕਰ ਰੋਗੀਆਂ ਵਿੱਚ ਵੀ ਇਹ ਚੀਜ਼ਾਂ ਜੋ ਖਤਰਨਾਕ ਸਿੰਪਟਮ ਲੱਛਣ ਨੇ, ਜਿਹੜੇ ਤੁਹਾਨੂੰ ਇਮੀਡੀਏਟਲੀ ਡਾਕਟਰ ਕੋਲ ਜਾਣਾ ਚਾਹੀਦਾ। ਸੋ ਜਿਸ ਤਰ੍ਹਾਂ ਦੇ ਲੱਛਣ ਅਸਲ 'ਚ ਮਾਈਗ੍ਰੇਨ ਵਿੱਚ ਆਪਾਂ ਨੂੰ ਦਿਖਦੇ ਨੇ, ਉਸੇ ਤਰ੍ਹਾਂ ਦਾ ਲਗਭਗ ਬਹੁਤ ਸਾਰੀਆਂ ਹੋਰ ਚੀਜ਼ਾਂ ਨੇ ਜਿਨ੍ਹਾਂ ਨੂੰ ਸਾਨੂੰ ਲੱਭਣਾ ਚਾਹੀਦਾ ਹੈ। ਇੱਕ ਮੈਨੂੰ ਹੋਰ ਦੱਸਿਓ, ਹੁਣ ਤੁਸੀਂ ਲੱਛਣ ਦੱਸ ਰਹੇ ਹੋ, ਨਾਲ ਇੱਕ ਚੁਸਕੀ ਚਾਹ ਦੀ ਵੀ ਲੈ ਲਓ, ਕਿਉਂਕਿ ਘਰ 'ਚ ਆਏ ਹਾਂ ਜੀ, ਨਾਲ ਅਸੀਂ ਚਾਹ ਵੀ ਪੀ ਰਹੇ ਹਾਂ ਅੱਜ। ਬਿਲਕੁਲ ਸਾਡਾ ਦਫ਼ਤਰ ਵਾਲਾ ਜਾਂ ਸਟੂਡੀਓ ਵਾਲਾ ਮਾਹੌਲ ਨਹੀਂ, ਮੈਂ ਡਿਸਕਲੇਮਰ ਨਾਲ ਦੇ ਰਿਹਾ ਜੀ। ਅੱਛਾ, ਮੈਨੂੰ ਇਹ ਦੱਸਿਓ ਕਿ ਕਈ ਡਾਕਟਰਾਂ ਦੇ ਨਾਲ ਜਦੋਂ ਗੱਲਬਾਤ ਕਰਦੇ ਆ, ਉਹ ਕਹਿੰਦੇ ਆ ਕਿ ਸਿਰ ਦੁਖਣਾ ਦਰਅਸਲ ਆਪਣੇ ਆਪ ਦੇ ਵਿੱਚ ਕੋਈ ਬਿਮਾਰੀ ਨਹੀਂ, ਉਹ ਜਿਵੇਂ ਸਪੀਡੋਮੀਟਰ ਹੈ ਜਾਂ ਉੱਥੇ ਕਈ ਹੋਰ ਮੀਟਰ ਲੱਗੇ ਹੁੰਦੇ ਨੇ ਕਿ ਕਾਰ ਤੁਹਾਡੀ ਕਿੰਨੀ ਗਰਮ ਹੈ, ਕਿੰਨੀ ਇਹਦੀ ਤੇਲ ਦੀ ਲਾਈਫ ਰਹਿੰਦੀ ਹੈ, ਕਿੰਨਾ ਤੇਲ ਰਹਿ ਗਿਆ, ਵਗੈਰਾ ਵਗੈਰਾ, ਕਿ ਤੁਹਾਨੂੰ ਦੱਸ ਰਿਹਾ ਕਿ ਸਰੀਰ ਦੇ ਕਿਸੇ ਹੋਰ ਹਿੱਸੇ 'ਚ ਨੁਕਸ ਹੈ, ਭਾਈ ਤੇਰੇ ਮੀਟਰ ਦੱਸ ਰਿਹਾ, ਇਹਨੂੰ ਚੈੱਕ ਕਰਾ ਲੈ। ਹੁਣ ਕੀ ਮਾਈਗ੍ਰੇਨ ਆਪਣੇ ਆਪ ਦੇ ਵਿੱਚ ਬਿਮਾਰੀ ਆ ਜਾਂ ਇਹ ਵੀ ਕਿਸੇ ਚੀਜ਼ ਦੀ ਹੋਰ ਅਲਾਮਤ ਹੀ ਹੈ ਜੀ? ਨਹੀਂ, ਮਾਈਗ੍ਰੇਨ ਅਸਲ 'ਚ ਅਸੀਂ ਬਿਮਾਰੀ ਗਿਣਦੇ ਆ ਜੀ ਜੀ, ਸੀਰੀਅਸ ਬਿਮਾਰੀ। ਸੀਰੀਅਸ ਇਸ ਕਾਰਨ ਕਿਹਾ ਕਿਉਂਕਿ ਇਹਦੇ ਵਿੱਚ ਬਹੁਤ ਸਾਰੀਆਂ ਉਹ ਚੀਜ਼ਾਂ ਨੇ ਜਿਹੜੀਆਂ ਅਸੀਂ ਸ਼ਾਇਦ ਉਹਨਾਂ ਨੂੰ ਠੀਕ ਨਹੀਂ ਕਰ ਸਕ ਰਹੇ, ਉਹਨਾਂ ਨੂੰ ਅਸੀਂ ਐਗਜ਼ੈਜਰੇਟ ਕਰਦੇ ਜਾ ਰਹੇ ਹਾਂ। ਜਿਵੇਂ ਹੁਣ ਮੈਂ ਦੱਸਿਆ ਕਿ ਤਣਾਅ ਅਹਿਮ ਕਾਰਨ ਹੈ। ਫਿਰ ਕੌਫੀ ਪੀਣੀ, ਅੱਛਾ, ਕਈਆਂ ਨੂੰ ਕੌਫੀ ਦੇ ਨਾਲ ਕੈਫੀਨ ਬੜੀ ਤਗੜੀ ਜਿਹੜੀ ਤੁਹਾਡਾ ਤਗੜਾ ਸਿਰ ਪੀੜ ਕਰ ਸਕਦੀ ਹੈ, ਕਈਆਂ ਨੂੰ ਪਤਾ ਹੀ ਨਹੀਂ ਹੁੰਦਾ। ਬਹੁਤ ਉਹ ਤਾਂ ਆਹ ਜਿਹੜੀ ਤੁਸੀਂ ਗੱਲ ਕੀਤੀ ਹੈ ਬਾਹਲੀ ਉਹ ਪਤਾ ਦੀ ਕਰ ਦਿੱਤੀ ਜੀ। ਮੈਂ ਕਈਆਂ ਨੂੰ ਜਾਣਦਾ, ਉਹਨਾਂ ਨੂੰ ਜਦੋਂ ਮਾਈਗ੍ਰੇਨ ਹੋਵੇ ਕਹਿੰਦੇ ਯਾਰ ਵੀ ਸਟਰੋਂਗ ਜੀ ਕੌਫੀ ਲਿਆ ਦੇ ਤੇ ਮੈਂ ਠੀਕ ਹੋ ਜੂ। ਇਹਦਾ ਮਤਲਬ ਉਹ ਗਲਤ ਹੋ ਰਿਹਾ ਕੰਮ? ਨਹੀਂ, ਹੁਣ ਇਹਦੇ ਦੂਸਰਾ ਪੱਖ ਵੀ ਦੱਸਦੀ ਹਾਂ। ਅੱਛਾ ਜੀ। ਯਾਨੀ ਕੁਝ ਕੇਸਿਸ 'ਚੋਂ ਸਮਝਦੇ ਨੇ ਹੁਣ ਹੁੰਦਾ ਕੀ ਹੈ, ਜੇ ਤੁਹਾਡਾ ਤਣਾਅ ਤੁਹਾਨੂੰ ਜਕੜ ਰਿਹਾ, ਤੁਹਾਡੀਆਂ ਨਸਾਂ 'ਚ ਉਹ ਬਿਲਕੁਲ ਜਿਵੇਂ ਨਾ ਨਸ ਫਟਫਟਾਉਂਦੀ ਜੀ ਤੁਹਾਨੂੰ ਮਹਿਸੂਸ ਹੁੰਦੀ ਹੈ, ਤੇ ਤਗੜੀ ਕੌਫੀ ਕੈਫੀਨ ਸਗੋਂ ਮਿਗਰੇਨ ਵਧਾਉਂਦੀ ਜੇ। ਤੇ ਉਹ ਜਦੋਂ ਵੀ ਅਸੀਂ ਠੀਕ ਹੋ ਜਾਣਾ ਤਾਂ ਅਸਲ ਤੁਸੀਂ ਨੁਸਖਾ ਸਮਝੋ ਕਿ ਕਿੱਥੇ ਜਾ ਰਿਹਾ, ਕਿ ਕਿਸ ਨੇ ਕਿਸ ਨੂੰ ਕੀ ਸਮਝਾਇਆ। ਸਾਡਾ ਅਚੇਤ ਮਨ ਕਮਾਲ ਦਾ ਡਾਕਟਰ ਜੀ। ਮਤਲਬ ਮੈਂ ਇੱਕ ਉਹ ਨੁਸਖਾ ਦੱਸ ਰਹੀ ਹਾਂ ਜਿਹੜਾ ਸ਼ਾਇਦ ਡਾਕਟਰਾਂ ਦਾ ਡਾਕਟਰੀ ਪੇਸ਼ੇ ਦੇ ਕੋਲ ਨੁਕਸਾਨ ਪਹੁੰਚਾ ਸਕਦਾ, ਕਿਉਂਕਿ ਲੋਕ ਡਾਕਟਰਾਂ ਕੋਲ ਜਾਣਗੇ ਨਹੀਂ। ਕਾਰਨ ਇਹ ਕਿ ਜਦੋਂ ਤੁਹਾਡਾ ਅਚੇਤ ਮਨ ਕਹਿੰਦਾ ਨਾ ਮੈਂ ਠੀਕ ਹੋ ਜਾਣਾ, ਫਿਰ ਤਾਂ ਕੈਂਸਰ ਦੀ ਵੀ ਪਰਵਾਹ ਨਾ ਕਰੋ, ਉਹਨੇ ਤੁਸੀਂ ਉੱਥੋਂ ਤੋਂ ਬਚ, ਵਿਲ ਪਾਵਰ ਹੈ ਤੁਹਾਡੀ, ਕਿਉਂਕਿ ਸਟਰੋਂਗ। ਕਾਫੀ ਨੇ ਕੁਝ ਨਹੀਂ ਕਰਨਾ, ਉਹ ਤਾਂ ਸਗੋਂ ਮਿਗਰੇਨ ਕਰ ਰਹੀ ਸੀ, ਪਰ ਕਿਉਂਕਿ ਤੁਸੀਂ ਸੁਨੇਹਾ ਆਪਣੇ ਮਨ ਨੂੰ ਦੇ ਦਿੱਤਾ ਭਈ ਮੈਂ ਠੀਕ ਹੋਣ ਲੱਗਾ, ਕਾਫੀ ਪੀ ਕੇ ਮੈਂ ਠੀਕ ਹੋ ਜਾਣਾ, ਮੈਂ ਪੀ ਕੇ ਠੀਕ ਹੋਣਾ, ਤੇ ਤੁਹਾਡੇ ਉਹ ਮੈਸੇਜ ਜਾਣਾ ਜੇ ਚੇਤ ਮਨ ਤੋਂ ਭਈ ਬਸ ਕਰ ਹੁਣ ਬਹੁਤ ਹੈ, ਦਰਦ ਮਹਿਸੂਸ ਨਹੀਂ ਕਰਨੀ। ਯਾਨੀ ਦਰਦ ਹੁੰਦੀ ਹੋਈ ਵੀ ਤੁਸੀਂ ਮਹਿਸੂਸ ਨਹੀਂ ਕਰਦੇ ਕਿ ਮੈਂ ਠੀਕ ਹੋ ਜਾਣਾ। ਕਈ ਡਾਕਟਰ ਨਾਲ ਲੜ ਪੈਣ, ਪਰ ਮੈਂ ਚੱਲ ਕੇ ਉਚੇਚੇ ਤੌਰ ਤੇ ਪਟਿਆਲੇ ਇਸੇ ਕਰਕੇ ਆਇਆ ਕਿ ਤੁਹਾਡਾ ਬਗੈਰ ਕਿਸੇ ਡਾਕਟਰ ਕੋਲ ਗਿਆ ਇਲਾਜ ਹੋ ਜਾਏ। ਜਿਸ ਤਰ੍ਹਾਂ ਇਹਨਾਂ ਨੇ ਦੱਸਿਆ ਕਿ ਕੁਝ ਇੱਕ ਇਸ ਤਰ੍ਹਾਂ ਦੀਆਂ ਅਸੀਂ ਖਾਦ ਖੁਰਾਕਾਂ ਖਾ ਲੈਂਦੇ ਹਾਂ, ਉਹ ਮਾਈਗ੍ਰੇਨ ਦਾ ਕਾਰਨ ਬਣਦੀਆਂ ਨੇ, ਕੁਝ ਸਾਡੀਆਂ ਚਿੰਤਾਵਾਂ, ਕੁਝ ਸਾਡੀਆਂ ਆਦਤਾਂ, ਸੋ ਉਹਨਾਂ 'ਤੇ ਕਾਬੂ ਪਾਇਆ ਜਾ ਸਕਦਾ ਜੇ ਤੁਸੀਂ ਪਾਉਣਾ ਚਾਹੁੰਦੇ ਹੋਵੋ। ਪਰ ਇਹ ਬਹੁਤ ਪਤੇ ਦੀ ਗੱਲ ਆ, ਅੱਗੇ ਵਧਾਓ ਜੀ। ਦੇਖੋ, ਇੱਕ ਹੁਣ ਕਿਸਮ ਦੀ ਹੁੰਦੀ ਜੀ, ਮੈਂ ਤੁਹਾਨੂੰ ਅਸਲ 'ਚ ਚਾਹ ਪੀਣ ਵਾਸਤੇ ਬ੍ਰੇਕ ਦਵਾਈ ਸੀ। ਇੱਕ ਤੁਸੀਂ ਵੀ ਜ਼ਰੂਰ ਕਿਉਂਕਿ ਅਦਰਕ ਜੇ ਜੋ ਮੈਂ ਦੱਸਣ ਲੱਗੀ ਹਾਂ ਨੁਸਖੇ ਚ ਆਊਗੀ ਕਿ ਅਦਰਕ ਵਾਲੀ ਤੁਹਾਨੂੰ ਮੈਂ ਵੀ ਦੱਸ ਦਿਆਂ, ਮੈਂ ਭੈਣ ਜੀ ਨੂੰ ਪਹਿਲਾਂ ਕਿਹਾ ਸੀ ਕਿ ਅਦਰਕ ਵਾਲੀ ਚਾਹ ਪੀਵਾਂਗਾ ਘਰੇ ਆ ਕੇ। ਤੇ ਬਿਲਕੁਲ ਜੇ ਤੁਸੀਂ ਮਿਗਰੇਨ ਠੀਕ ਕਰਨੀ ਹੈ ਤੇ ਅਦਰਕ ਵਾਲੀ ਚਾਹ ਹੀ ਪੀਣੀ ਪੈਣੀ ਹੈ ਜੀ। ਖੈਰ, ਕਈ ਵਾਰ ਕੀ ਹੁੰਦਾ ਜੇ, ਜਿਸ ਨੂੰ ਅਸੀਂ ਓਕੂਲਰ ਮਿਗਰੇਨ ਕਹਿੰਦੇ ਹਾਂ, ਕਿ ਅੱਖ ਦੇ ਪਿਛਲੇ ਹਿੱਸੇ ਵਿੱਚ ਤੁਹਾਨੂੰ ਲੱਗਦਾ ਕਿ ਇਹ ਤਾਂ ਕਮਾਲ ਦੀ ਤਿੱਖੀ ਪੀੜ ਜੇ ਜਿਹੜੀ ਸ਼ਾਇਦ ਅੱਖ ਫਟ ਕੇ ਹੀ ਬਾਹਰ ਆ ਜਾਣੀ। ਅੱਛਾ ਜੀ। ਸੋ ਇਸ ਤਰ੍ਹਾਂ ਦੀ ਜੇ ਤੁਸੀਂ ਹਨੇਰੇ ਵਿੱਚ ਨੀਝ ਲਾ ਕੇ ਜਾਂ ਬਹੁਤ ਤਿੱਖੀ ਲਾਈਟ ਦੇ ਵਿੱਚ ਕੰਮ ਕਰ ਰਹੇ ਹੋ ਤਾਂ ਵੀ ਇਸ ਤਰੀਕੇ ਦੀ ਤੁਹਾਨੂੰ ਹੋ ਸਕਦੀ ਹੈ। ਬਿਲਕੁਲ ਇਸੇ ਤਰ੍ਹਾਂ ਜਿਵੇਂ ਮੈਂ ਦੱਸਿਆ ਸੀ ਕਿ ਤੁਹਾਨੂੰ ਹੋਰ ਤਰ੍ਹਾਂ ਦੀ ਮਿਗਰੇਨ ਦੇ ਵਿੱਚ ਇੱਕ ਸਿਰਫ ਪੇਟ ਦੀ ਦਰਦ ਵਾਲੀ ਮਿਗਰੇਨ ਹੁੰਦੀ, ਅੱਛਾ ਜੀ, ਹੁੰਦੀ ਹੀ ਨਹੀਂ। ਅੱਛਾ ਜੀ।
ਉਹਨੂੰ ਅਸੀਂ ਐਬਡੋਮੀਨਲ ਮਾਈਗ੍ਰੇਨ ਕਹਿੰਦੇ ਆ, ਜਿਹਦੇ ਵਿੱਚ ਪੇਟ ਦਰਦ ਬੜਾ ਤਿੱਖਾ ਤੁਹਾਨੂੰ ਹੁੰਦਾ ਹੈ, ਇੰਨੀ ਹੱਦ ਤੱਕ ਕਿ ਕਈ ਲੋਕ ਅਪੈਂਡਿਕਸ ਦਾ ਆਪਰੇਸ਼ਨ ਤੱਕ ਕਰਾ ਜਾਂਦੇ। ਅੱਛਾ। ਸੋ ਉਹ ਤਿੱਖੀ ਜਿਹੜੀ ਪੀੜ ਹੁੰਦੀ ਜੇ, ਉਹ ਦਰਅਸਲ ਇੱਕ ਕਿਸਮ ਦੀ ਮਿਗਰੇਨ ਹੀ ਹੈ। ਬਿਲਕੁਲ ਇਸੇ ਤਰ੍ਹਾਂ ਹੁਣ ਇੱਕ ਹੈਮੀਪਲੀਜਿਕ ਮਿਗਰੇਨ, ਜਿਸ 'ਚ ਤੁਹਾਡਾ ਅੱਧਾ ਪਾਸਾ ਪੂਰਾ ਇਸ ਤਰ੍ਹਾਂ ਲੱਗਦਾ ਵੀ ਮੇਰਾ ਖੜਾ ਹੋ ਗਿਆ। ਅੱਛਾ ਜੀ। ਕਮਜ਼ੋਰੀ ਹੋਣ ਲੱਗ ਜਾਂਦੀ ਹੈ ਉਸ ਪਾਸੇ ਦੀ, ਪਰ ਉਹ ਵੀ ਹੁੰਦੀ ਮਿਗਰੇਨ ਹੀ ਹੈ। ਅੱਛਾ ਜੀ। ਯਾਨੀ ਉਸ 'ਚ ਦਰਦ ਨਹੀਂ ਤੁਹਾਨੂੰ ਹੋਈ, ਸਿਰ 'ਚ ਕੁਝ ਵੀ ਨਹੀਂ ਹੋਇਆ, ਪਰ ਤੁਹਾਡਾ ਪਾਸਾ ਇੱਕਦਮ ਕਮਜ਼ੋਰ ਪੈ ਗਿਆ। ਖਿਮਾ ਕਰਿਓ, ਮੈਂ ਨਹੀਂ ਕਹਿ ਰਹੀ ਕਿ ਮੈਂ ਵੀ ਹੋ ਸਕਦਾ ਇਹੋ ਜਿਹੇ ਕੇਸਿਸ ਵਿੱਚ ਗਲਤੀ ਕਰ ਜਾਵਾਂ, ਪਰ ਅਸੀਂ ਆਮ ਤੌਰ ਤੇ ਜਦੋਂ ਇਦਾਂ ਦੀ ਪਾਸੇ ਦੀ ਕਮਜ਼ੋਰੀ ਆਵੇ, ਪਹਿਲੀ ਪੋਸਿਬਿਲਿਟੀ ਅਸੀਂ ਆਮ ਤੌਰ ਤੇ ਮਿਗਰੇਨ ਰੱਖਦੇ ਨਹੀਂ। ਬੜਾ ਔਖਾ ਜੇ ਤੁਹਾਨੂੰ ਕਹਿਣਾ, ਕਿਉਂਕਿ ਉਹਦੇ ਬਹੁਤ ਖਤਰਨਾਕ ਕਈ ਬਿਮਾਰੀਆਂ ਦੇ ਲੱਛਣ ਇਸ ਤਰ੍ਹਾਂ ਦੇ ਨੇ ਜਿਨ੍ਹਾਂ 'ਚ ਪਾਸੇ ਦੀ ਕਮਜ਼ੋਰੀ ਸਾਨੂੰ ਅਸੀਂ ਸਟ੍ਰੋਕ ਸੋਚ ਲੈਂਦੇ ਹਾਂ, ਕੁਝ ਹੋਰ ਬਹੁਤ ਸਾਰਾ ਕੁਝ ਸੋਚ ਲੈਂਦੇ ਹਾਂ। ਸੋ ਇਸੇ ਕਾਰਨ ਜਦੋਂ 3 ਜਾਂ 4 ਵਾਰ ਇਦਾਂ ਦੀ ਚੀਜ਼ ਹੋ ਜਾਵੇ, ਫਿਰ ਸ਼ੱਕ ਹੁੰਦਾ ਹੈ ਕਿ ਨਹੀਂ ਜੀ ਇਹ ਤਾਂ ਕੁਝ ਹੋਰ ਸੀ, ਸਾਰੇ ਟੈਸਟ ਵੀ ਨਾਰਮਲ ਆ ਗਏ, ਨਹੀਂ ਨਿਕਲਿਆ। ਸੋ ਇਸੇ ਕਾਰਨ ਇਹ ਕਹੀਦਾ ਕਿ ਮਾਈਗ੍ਰੇਨ ਵਿੱਚ ਟੈਸਟ ਜ਼ਰੂਰ ਕਰਵਾ ਲਓ, ਇਹ ਲੱਭਣ ਲਈ ਕਿ ਕਿਤੇ ਸਾਈਨੋਸਾਈਟਸ ਹੀ ਨਾ ਹੋਏ, ਤੁਹਾਡੀ ਨਜ਼ਰ ਹੀ ਨਾ ਕਮਜ਼ੋਰ ਹੋ ਰਹੀ ਹੋਵੇ, ਤੁਹਾਨੂੰ ਸਟ੍ਰੈਸ ਹੀ ਦੱਬ ਕੇ ਬੈਠਿਆ ਹੋਏ, ਤੁਹਾਡਾ ਬਲੱਡ ਪ੍ਰੈਸ਼ਰ ਹੀ ਬਹੁਤ ਇੰਨਾ ਫਟਣ ਦੇ ਕਿਨਾਰੇ ਪਹੁੰਚਿਆ ਪਿਆ। ਸੋ ਕਈ ਚੀਜ਼ਾਂ ਨੇ ਜਿਹੜੀਆਂ ਤੁਹਾਡੀਆਂ ਚੈੱਕਅਪ ਦੇ ਬਾਅਦ ਪਤਾ ਲੱਗਦੀਆਂ ਨੇ। ਸਿਰਫ ਇੰਨਾ ਹੀ ਕਹਿ ਦੇਣਾ ਮੈਨੂੰ ਮਿਗਰੇਨ ਹੈ ਨਹੀਂ ਰੱਖਣਾ ਚਾਹੀਦਾ, ਕਿਉਂਕਿ ਮੈਂ ਦੱਸਿਆ ਰਸੌਲੀ ਵਰਗੀ ਵੀ ਕੋਈ ਚੀਜ਼ ਪਈ ਹੋ ਸਕਦੀ ਹੈ ਜੋ ਹਲਕੇ 'ਚ ਨਹੀਂ ਲੈਣਾ ਚਾਹੀਦਾ, ਅੰਦਾਜ਼ਾ ਨਹੀਂ ਲਾਉਣਾ ਚਾਹੀਦਾ। ਬਿਲਕੁਲ, ਮਤਲਬ ਸਿੱਧੀ ਜੀ ਗੱਲ ਹੈ ਕਿ ਮਿਗਰੇਨ ਬਿਮਾਰੀ ਹੈ, ਭਾਵੇਂ ਤੁਹਾਡੇ ਤਣਾਅ ਸਦਕਾ ਹੀ ਉਹ ਇੰਨੀ ਜ਼ਿਆਦਾ ਵੱਧ ਰਹੀ ਹੋਵੇ, ਪਰ ਹੈ ਤਾਂ ਬਿਮਾਰੀ। ਹੁਣ ਇਹ ਸਾਰੀਆਂ ਤੁਸੀਂ ਲੱਛਣ ਦੱਸ ਦਿੱਤੇ ਆ, ਆਪਾਂ ਇਹ ਵੀ ਦੱਸ ਦਿੱਤਾ ਕਿ ਦਰਅਸਲ ਹਲਕੇ 'ਚ ਨਾ ਲਓ, ਇਹ ਬਿਮਾਰੀ ਹੈ, ਔਰ ਬਿਮਾਰੀ ਵੀ ਗੰਭੀਰ ਹੈ, ਇਹਦੀ ਦਰਦ ਵੀ ਬੜੀ ਤੇਜ਼ ਹੈ। ਇਹਦਾ ਹੱਲ ਦੱਸਦੇ ਆ, ਸ਼ਰਾਬ ਤੇ ਸਿਗਰਟ। ਅੱਛਾ ਜੀ। ਇਹ ਦੋਨੋਂ ਵੀ ਕਾਫੀ ਜ਼ਰੂਰੀ ਨਹੀਂ ਹੈ ਕਿ ਸਿਗਰਟ ਕੋਈ ਤੁਸੀਂ ਆਪ ਹੀ ਪੀ ਰਹੇ ਹੋਵੋ, ਬਲਕਿ ਜਿਹੜਾ ਨਾਲ ਬੈਠਾ ਹੋਏ ਪੀ ਰਿਹਾ ਹੈ, ਜਿਹੜਾ ਪੀਣ ਵਾਲੇ ਦੇ ਨਾਲ ਬੈਠਾ ਉਹ ਸਗੋਂ ਜ਼ਿਆਦਾ ਖਤਰੇ ਤੇ ਹੁੰਦਾ ਜੇ। ਅੱਛਾ। ਹੁਣ ਇਹ ਸਾਰਾ ਕੁਝ ਮੰਨ ਲਿਆ ਕਿ ਇੱਥੋਂ ਹੁੰਦੀ ਆ ਕਾਰਨ ਨੇ, ਇਸ ਤਰ੍ਹਾਂ ਦੇ ਲੱਛਣ ਨੇ, ਇਹਦਾ ਕੋਈ ਹੱਲ, ਕੋਈ ਇਲਾਜ ਵੀ ਹੈ ਜੀ? ਬਿਲਕੁਲ। ਦੇਖੋ, ਜੇ ਮੈਂ ਕੁਦਰਤੀ ਜਾਂ ਆਮ ਇਲਾਜ ਨਾ ਦੱਸਿਆ ਫਿਰ ਤਾਂ ਮੇਰੇ ਸ਼ੋਅ ਦਾ ਕੋਈ ਮਤਲਬ ਹੀ ਨਹੀਂ। ਜੀ ਜੀ। ਪਹਿਲਾਂ ਥੋੜ੍ਹੀਆਂ ਜਿਹੀ ਆਪਾਂ ਦੱਸ ਦਈਏ ਕਿ ਦਵਾਈਆਂ ਵਾਕਈ ਅਸਰਦਾਰ ਵੀ ਨੇ। ਤੁਸੀਂ ਆਮ ਦਰਦ ਦੀਆਂ ਗੋਲੀਆਂ ਜਿਹੜੀਆਂ ਲੈ ਕੇ ਖਾ ਲੈਂਦੇ ਹੋ, ਉਹਨਾਂ ਵਿੱਚੋਂ ਕੁਝ ਦਵਾਈਆਂ ਵੀ ਨੇ ਜਿਹੜੀਆਂ ਸਗੋਂ ਵਧਾ ਸਕਦੀਆਂ ਨੇ, ਪਰ ਸਭ ਤੋਂ ਦੇਖੋ ਕਾਰਨ ਦੱਸਣ ਦਾ ਮਤਲਬ ਇਹ ਸੀ ਕਿ ਸਭ ਤੋਂ ਪਹਿਲਾਂ ਤਣਾਅ ਛੱਡੋ। ਯਾਨੀ ਜਿਸ ਕਿਸਮ ਦਾ ਤਣਾਅ ਤੁਸੀਂ ਸਹੇੜ ਰਹੇ ਹੋ, ਇਹਦਾ ਮਤਲਬ ਹੈ ਤੁਸੀਂ ਉਹਨੂੰ ਜਰ ਨਹੀਂ ਰਹੇ, ਉਹ ਤੁਹਾਡੇ ਤੋਂ ਬਰਦਾਸ਼ਤ ਨਹੀਂ ਹੋ ਰਿਹਾ। ਦਾ ਮਤਲਬ ਹੈ ਇਕੱਲੀ ਇੱਕ ਨਹੀਂ, ਅਣਗਿਣਤ ਹੋਰ ਬਿਮਾਰੀਆਂ ਦੀ ਉਹ ਜੜ ਉਸ ਵੇਲੇ ਬੀਜੀ ਗਈ ਜੀ। ਕਿਉਂਕਿ ਤਣਾਅ ਨਹੀਂ ਹੈ ਹਾਰਟ ਅਟੈਕ ਦੇਣਾ, ਉਸੇ ਨੇ ਤੁਹਾਡਾ ਪਾਸਾ ਮਾਰਨਾ, ਉਸੇ ਨੇ ਤੁਹਾਡੇ ਵੱਖੋ ਵੱਖਰੇ ਅੰਗਾਂ ਦੇ ਕੰਮਕਾਰ ਵਿੱਚ ਰੋਕ ਲਾਉਣੀ। ਸੋ ਸਭ ਤੋਂ ਪਹਿਲਾਂ ਤਾਂ ਤਣਾਅ ਘਟਾਓ, ਜਿਸ ਵਿੱਚ ਤੁਸੀਂ ਤਗੜੀ ਐਕਸਰਸਾਈਜ਼ ਤਾਂ ਕਿਉਂਕਿ ਇਹ ਕਰ ਹੀ ਦਿੰਦੀ ਹੈ, ਸੋ ਇਸ ਕਰਕੇ ਤੁਸੀਂ ਸ਼ਾਮ ਨੂੰ ਕੋਈ ਆਪਣੇ ਪਸੰਦ ਦਾ ਮਧੁਰ ਸੰਗੀਤ ਸੁਣਦਿਆਂ ਟਹਿਲ ਸਕਦੇ ਹੋ, ਬੜੀ ਕੋਈ ਖੂਬਸੂਰਤ ਕਿਤਾਬ ਪੜ੍ਹ ਸਕਦੇ ਹੋ, ਜਾਂ ਉਹਦੇ ਨਾਲ ਤੁਸੀਂ ਆਪਣੇ ਘਰ ਵਿੱਚ ਕੋਈ ਜੇ ਤੁਹਾਡੇ ਪਾਲਤੂ ਜਾਨਵਰ ਹੈ ਤੁਸੀਂ ਉਹਦੇ ਨਾਲ ਸਮਾਂ ਬਿਤਾ ਸਕਦੇ ਹੋ। ਫਿਰ ਤੁਸੀਂ ਵਕਤ ਸਿਰ ਨੀਂਦ ਲੈਣੀ ਬਹੁਤ ਅਹਿਮ ਹੈ। ਯਾਨੀ ਜੇ ਤੁਹਾਡਾ ਫਿਕਸ ਟਾਈਮ ਹੈ, ਕਿਉਂਕਿ ਮੈਂ ਇਹਦੇ ਇਲਾਜ ਵਜੋਂ ਵੀ ਦੱਸ ਦਿਆਂ ਕਿ ਮੈਲਾਟੋਨਿਨ ਜੋ ਅਸੀਂ ਨੀਂਦ ਦੇ ਲਈ ਆ, ਜਦੋਂ ਤੁਸੀਂ ਸਫ਼ਰ ਕਰਦੇ ਹੋ, ਜਦੋਂ ਉਲਟ ਪੁਲਟ ਹੁੰਦਾ ਟਾਈਮ, ਉਹ ਮੈਲਾਟੋਨਿਨ ਸਗੋਂ ਇਹਦਾ ਇਲਾਜ ਜੇ। ਅੱਛਾ ਜੀ। ਯਾਨੀ ਈਵਨ ਇੱਕ ਕੋਐਨਜ਼ਾਈਮ 10 ਜੋ ਇਹਦਾ ਹੁਣ ਇਸ ਵੇਲੇ ਜਿਹੜੀ ਕਿ ਕਮਾਲ ਹੀ ਕਰ ਰਹੀ ਹੈ, ਜੋ ਦਵਾਈ ਜਿਹੜੀ ਇੱਕ ਸਿੰਪਲ ਰਾਈਬੋਫਲੇਵਨ ਵਰਗੀ ਜੋ ਵਿਟਾਮਿਨ ਯਾਨੀ ਇਹਨੂੰ ਕਿਉਰ ਕਰਦੀ ਪਈ ਜੇ, ਜਿੱਥੋਂ ਸਮਝ ਆਉਂਦੀ ਹੈ ਸਾਨੂੰ ਕਿ ਇਹ ਅਸਲ ਵਿੱਚ ਬਿਮਾਰੀ ਅਸੀਂ ਆਪਣੀ ਸਹੇੜੀ ਹੈ। ਕਿਉਂਕਿ ਜਿਸ ਨੂੰ ਵਿਟਾਮਿਨ B6 ਠੀਕ ਕਰ ਲਵੇ, ਜਾਂ ਕੋਐਨਜ਼ਾਈਮ ਵਰਗੀ ਠੀਕ ਕਰ ਦੇਵੇ, ਜਾਂ ਤੁਹਾਡੀ ਕੁਦਰਤੀ ਘੜੀ ਨਾਰਮਲ ਲਿਆਉਂਦੀ ਹੋਈ ਮੈਲਾਟੋਨਿਨ ਠੀਕ ਕਰ ਰਹੀ ਹੋਵੇ, ਤਾਂ ਫਿਰ ਇਹ ਸਮਝ ਆ ਜਾਂਦਾ ਸਾਡੀ ਆਪਣੀ ਬਲਾ ਗਲ ਪਾਈ ਹੋਈ ਹੈ, ਬਲਾ ਆਪ ਹੀ ਗਲ ਪਾਈ ਜੇ, ਕਿਸੇ ਨੇ ਦਿੱਤੀ ਨਹੀਂ। ਸੋ ਇਸੇ ਲਈ ਇਹਦੇ ਨਾਲ ਅਹਿਮ ਜੇ ਤੁਸੀਂ ਯੋਗ ਕਰਨਾ ਸ਼ੁਰੂ ਕਰੋ। ਅੱਛਾ ਜੀ। ਯੋਗ ਦੇ ਵਿੱਚ ਵੀ ਅਲਟੀਮੇਟਲੀ ਤੁਹਾਨੂੰ ਸਟ੍ਰੈਸ ਮੈਨੇਜਮੈਂਟ ਹੀ ਹੈ ਕਿ ਤੁਸੀਂ ਆਪਣੇ ਆਪ ਨੂੰ ਸ਼ਾਂਤ ਕਰ ਸਕੋ, ਤੁਸੀਂ ਕਿਸ ਤਰੀਕੇ ਕੰਸਨਟਰੇਟ ਸਾਹ 'ਤੇ ਕਰਨਾ ਹੈ, ਕਿਸ ਤਰੀਕੇ ਤੁਹਾਡੀ ਮਸਲ ਦੀ ਟ੍ਰੇਨਿੰਗ ਹੋਣੀ ਹੈ। ਕਿਉਂਕਿ ਇੱਕ ਬੜੀ ਹੋਰ ਅਹਿਮ ਚੀਜ਼ ਦੱਸਦੇ ਹਾਂ ਕਿ ਆਪਾਂ ਕੰਮਕਾਰਾਂ ਵਿੱਚ ਰੁੱਝੇ ਭੁੱਲ ਗਏ ਹਾਂ, ਹਾਲਾਂਕਿ
ਜਿਸ ਮੁਲਕ ਚੋਂ ਤੁਸੀਂ ਆਏ ਹੋ, ਤੁਸੀਂ ਬੜੇ ਪਰਫੈਕਟ ਆਪਣੇ ਆਪ ਨੂੰ ਮੇਨਟੇਨ ਰੱਖਦੇ ਹੋ, ਕਸਰਤ ਦਾ ਤੁਹਾਨੂੰ ਸਮਝ ਹੈ ਕਿ ਕਿੰਨੀ ਜ਼ਰੂਰੀ ਹੈ। ਇਹ ਸਾਡੇ ਮੁਲਕ ਵਿੱਚ ਅਸਲ 'ਚ ਅਸੀਂ ਛੱਡ ਚੁੱਕੇ ਹਾਂ। ਮੈਂ ਤਾਂ ਤੁਹਾਨੂੰ ਇੱਥੋਂ ਤੱਕ ਫੈਕਟ ਦੱਸ ਰਹੀ ਹਾਂ ਜੀ ਜੀ, ਕਿਉਂਕਿ ਮੈਨੂੰ ਫੀਡਬੈਕ ਵੀ ਆਉਂਦੀ ਹੈ ਜੀ ਤੁਸੀਂ ਫਲਾਣੇ ਨੂੰ ਕਿਹਾ ਵੀ ਤੁਸੀਂ ਕਸਰਤ ਕਰਿਆ ਕਰੋ, ਕਹਿੰਦੇ ਜੀ ਡਾਕਟਰ ਬਦਲ ਲੈਣਾ। ਅੱਛਾ, ਵਾਹ, ਇਹ ਨੁਸਖਾ ਵਧੀਆ ਹੈ। ਕਸਰਤ ਨਾ ਕਰਨੀ ਪਵੇ, ਹੋਰ ਦਵਾਈ ਲੈ ਲਾਂਗੇ। ਦਵਾਈ ਲਿਖੋ, ਦਵਾਈ ਨਹੀਂ ਲਿਖ ਰਹੇ ਫਿਰ ਤੁਸੀਂ ਡਾਕਟਰ ਹੈ ਨਹੀਂ। ਤੁਸੀਂ ਥੋੜੇ ਦਿਨ ਪਹਿਲਾਂ ਮੈਂ ਕਿਸੇ ਦੇ ਘਰ ਗਿਆ ਜੀ, ਉਹ ਬੱਚਾ ਕਹਿ ਰਿਹਾ ਹੈ ਕਿ ਮੈਂ ਠੀਕ ਮਹਿਸੂਸ ਕਰ ਰਿਹਾ, ਅੱਜ ਮੈਨੂੰ ਬੁਖਾਰ ਨਹੀਂ ਹੋਇਆ। ਕਹਿੰਦਾ ਇੱਦਾਂ ਤੇਰਾ ਬੁਖਾਰ ਕਿਵੇਂ ਉਤਰ ਗਿਆ? ਉਹਦਾ ਬਾਪ ਆਖ ਰਿਹਾ ਤੂੰ ਪੁੱਤ ਜਾ ਕੇ ਟੀਕਾ ਲਵਾ, ਟੀਕੇ ਬਿਨਾਂ ਤਾਂ ਬੁਖਾਰ ਕਦੇ ਉਤਰਦਾ ਹੀ ਨਹੀਂ ਹੁੰਦਾ। ਦੇਖੋ ਅਸੀਂ ਆਪਣੇ ਆਪ ਹੀ ਸੋਚਿਆ ਹੈ ਕਿ ਟੀਕੇ ਬਗੈਰ, ਦਵਾਈ ਬਗੈਰ ਅਸੀਂ ਠੀਕ ਨਹੀਂ ਹੋਣਾ ਜੀ। ਬਿਲਕੁਲ ਉਹੀ ਤੁਹਾਨੂੰ ਮੈਂ ਦੱਸ ਰਹੀ ਹਾਂ ਕਿ ਬਹੁਤ ਸਾਰੇ, ਪਰ ਮੈਨੂੰ ਫਰਕ ਨਹੀਂ ਪੈਂਦਾ ਕਿ ਮਰੀਜ਼ ਉਸ ਕੋਲ ਗਿਆ, ਜ਼ਰੂਰ ਜਾਓ, ਆਪੋ ਆਪਣੀ ਸੋਚ ਹੈ। ਪਰ ਮੇਰਾ ਜ਼ਮੀਰ ਖੁਸ਼ ਹੈ ਕਿ ਮੈਂ ਠੀਕ ਸਲਾਹ ਦਿੱਤੀ ਸੀ, ਅੱਗੋਂ ਤੁਹਾਡੀ ਜੋ ਵੀ ਤੁਸੀਂ ਕਰਨਾ ਹੈ। ਪਰ ਮੈਂ ਤੁਹਾਨੂੰ ਤਾਂ ਦੱਸਿਆ ਕਿ ਬਹੁਤ ਸਾਰੇ ਹੋਣਗੇ ਮੇਰੇ ਵਰਗੇ ਹੋਰ ਵੀ ਜਿਹੜੇ ਕਹਿੰਦੇ ਨੇ ਦਵਾਈਆਂ ਦੀ ਲੋੜ ਨਹੀਂ, ਪਰ ਮਜਬੂਰੀ ਵਸ ਵੀ ਕਿਸੇ ਨੂੰ ਇਹ ਕਰਨਾ ਪੈਂਦਾ ਵੀ ਇਹ ਮਰੀਜ਼ ਤਾਂ ਫਿਰ ਕੋਈ ਹੋਰ ਕਿਸੇ ਕੋਲ ਜਾਣਗੇ, ਦਵਾਈਆਂ ਤਾਂ ਤੂੰ ਲਈ ਜਾ। ਯਾਨੀ ਇਹੀ ਕਾਰਨ ਹੈ ਕਿ ਕਈ ਡਾਕਟਰ ਜਿਨ੍ਹਾਂ ਨੂੰ ਪਤਾ ਜੇ ਕਿ ਇਹਦੇ ਲਈ ਦਵਾਈ ਦੀ ਲੋੜ ਨਹੀਂ, ਕੁਦਰਤੀ ਠੀਕ ਹੋ ਜਾਣਾ, ਉਹ ਵੀ ਮਜਬੂਰੀ ਵਸ ਕਈ ਵਾਰ ਦਵਾਈ ਲਿਖਦੇ ਨੇ, ਕਿਉਂਕਿ ਮਰੀਜ਼ ਵੀ ਕਈ ਵਾਰ ਜ਼ੋਰ ਪਾ ਦਿੰਦੇ ਨੇ ਜੀ। ਸੋ ਇਹ ਸਾਰੀਆਂ ਚੀਜ਼ਾਂ ਜੇ ਅਸੀਂ ਧਿਆਨ ਰੱਖੀਏ, ਜਿਨ੍ਹਾਂ ਵਿੱਚ ਅਸੀਂ ਕੋਸ਼ਿਸ਼ ਕਰੀਏ ਕਿ ਨੀਂਦ ਦਾ ਸਮਾਂ, ਜੇ ਤੁਹਾਨੂੰ ਫਰਜ਼ ਕਰੋ ਨੀਂਦ ਠੀਕ ਨਹੀਂ ਆ ਰਹੀ ਤਾਂ ਤੁਸੀਂ ਆਪਣਾ, ਕਿਉਂਕਿ ਸਾਡੀ ਕੁਦਰਤੀ ਘੜੀ 10 ਵਜੇ ਨੀਂਦ ਨੂੰ ਸ਼ਟ ਡਾਊਨ ਜੋ ਆਪਣਾ ਕਰਦੀ ਹੈ, ਸੋ 9 ਵਜੇ ਤੋਂ ਬਾਅਦ ਜੇ ਤੁਸੀਂ ਆਪਣਾ ਡਿਮ ਲਾਈਟਸ ਕਰਕੇ ਕੋਈ ਵਧੀਆ ਕਿਤਾਬ ਪੜ੍ਹ ਲਓ। ਮੈਂ ਤਾਂ ਵੈਸੇ ਸੱਚੀ ਦੱਸਾਂ, ਜਦੋਂ ਕਦੇ ਨੀਂਦਰ ਨਾ ਆਉਂਦੀ ਹੋਵੇ ਨਾ, ਫਿਜ਼ਿਕਸ ਦੀ ਕਿਤਾਬ ਨੀਂਦ ਆਉਣ ਲੱਗ ਪੈਂਦੀ ਹੈ, ਉਸੇ ਵੇਲੇ ਬਸ ਆਉਣੀਆਂ ਸ਼ੁਰੂ ਹੋ ਜਾਂਦੀਆਂ। ਇਹ ਲਗਭਗ ਸਾਰਿਆਂ ਨਾਲ ਹੀ ਹੈ ਜੀ। ਪੜ੍ਹਦੇ ਵਕਤ ਅਤੇ ਕਈ ਕਹਿਣਗੇ ਜੀ ਅਸੀਂ ਪਾਠ ਕਰਨ ਲੱਗ ਜੇ ਸਾਨੂੰ ਨੀਂਦ ਆ ਜਾਂਦੀ ਹੈ। ਹਰ ਇੱਕ ਤਰ੍ਹਾਂ ਦੀ ਵਿਅਕਤੀ ਦੀ ਬਿਰਤੀ ਹੈ ਜੀ। ਕੁਝ ਵੀ ਤੁਸੀਂ ਪੜ੍ਹਨਾ ਸ਼ੁਰੂ ਕਰੋਗੇ ਤਾਂ ਤੁਹਾਡਾ ਦਿਮਾਗ ਆਪੇ ਹੀ ਕਹਿੰਦਾ ਚੱਲ ਸੌਂ ਹੀ ਜਾ, ਛੱਡ ਪਰਾਂ। ਸੋ ਇਹ ਚੀਜ਼ਾਂ, ਜੇ ਤੁਸੀਂ ਇੰਟਰਸਟਿੰਗ ਨਾਵਲ ਲੈ ਕੇ ਉਸ ਵੇਲੇ ਬੈਠ ਗਏ ਫਿਰ ਨੀਂਦਰ ਨਹੀਂ ਜੇ ਆਣੀ। ਤੁਸੀਂ ਨੀਂਦ ਲਿਆਉਣੀ ਹੈ, ਨਾ ਕਿ ਅੜਾਉਣੀ ਹੈ, ਇਹ ਤਾਂ ਖਿਆਲ ਰੱਖਿਓ। ਬਿਲਕੁਲ ਜੀ ਜੀ। ਸੋ ਇਦਾਂ ਦੀ ਚੀਜ਼ ਜੇ ਤੁਸੀਂ ਕਰ ਲਵੋ ਤਾਂ ਉਹ ਤੁਹਾਡਾ ਆਟੋਮੈਟਿਕਲੀ ਸ਼ਟ ਆਫ ਹੋ ਜਾਂਦਾ ਟਾਈਮ, ਉਦੋਂ ਫਿਰ ਉਹ ਸੌਂਗੇ। ਤੇ ਤੁਹਾਡੀ ਜਿਹੜੀ ਰਾਤ ਨੂੰ ਇੱਕ ਅਹਿਮ ਨੁਕਤਾ ਦੱਸ ਦਿੰਨੀ ਆ ਜੀ, ਇਹ ਵੀ ਖੋਜ ਦੇ ਉੱਤੇ ਆਧਾਰਿਤ ਹੈ ਕਿ ਸਾਡੇ ਚਮੜੀ 'ਚ ਨਾ ਕੁਝ ਕਮਾਲ ਦੇ ਹੁੰਦੇ ਨੇ ਸੈੱਲ ਜਿਹੜੇ ਸਾਰਾ ਸੁਨੇਹਾ ਪਹੁੰਚਾਉਂਦੇ ਨੇ। ਹੁਣ ਜਦੋਂ ਅਸੀਂ ਪਤਲੇ ਕੰਬਲ ਜਾਂ ਲੈ ਕੇ ਤੇ ਹੀਟਰ ਲਾ ਕੇ ਸੌਂ ਜਾਂਦੇ ਹਾਂ ਵੀ ਬੜਾ ਹੁਣ ਆਰਾਮ ਨਾਲ ਸੌਂ ਸਕਦੇ ਹਾਂ, ਉਹ ਓਨੀ ਡੂੰਘੀ ਨੀਂਦਰ ਨਹੀਂ ਦਿੰਦਾ ਜਿੰਨੀ ਤੁਸੀਂ ਮੋਟੀਆਂ ਰਜਾਈਆਂ ਜਦੋਂ ਲਪੇਟਦੇ ਹੋ ਨਾ, ਤੁਹਾਨੂੰ ਇੱਥੋਂ ਸੁਨੇਹਾ ਜਾਂਦਾ ਚਮੜੀ 'ਚੋਂ, ਤੁਸੀਂ ਕਿਸੇ ਨਿੱਘੀ ਗੋਦ 'ਚੋਂ, ਜਿਵੇਂ ਮਾਂ ਦੀ ਨਿੱਘੀ ਗੋਦ 'ਚ ਬੱਚਾ ਸੌਂਦਾ ਹੈ, ਉਹੀ ਜਿਹਾ। ਐਂਡ ਉਹੀ ਤਰੰਗਾਂ ਜੋ ਨਿੱਕੇ ਬੱਚੇ ਵਿੱਚ ਦੇਖੀਆਂ ਜਾ ਚੁੱਕੀਆਂ ਨੇ ਮਾਂ ਦੀ ਗੋਦ 'ਚ, ਇਨ ਬਿਨ ਇਹੋ ਵੱਡਿਆਂ ਦੇ ਵਿੱਚ ਵੀ ਜਦੋਂ ਰਜਾਈ ਲਪੇਟਦੇ ਹਾਂ ਅਸੀਂ ਮੋਟੀ ਤੇ ਭਾਰੀ, ਉਹੀ ਕੁਛ ਮਹਿਸੂਸ ਹੁੰਦਾ, ਜੋ ਮੈਸੇਜ ਜਾਂਦਾ ਜੇ ਕਿ ਹਾਂ ਬਹੁਤ ਸੋਹਣਾ ਨਿੱਘ ਹੈ, ਮੈਂ ਸੇਫ ਹਾਂ, ਮੈਂ ਗੋਦ 'ਚ ਕਿਸੇ ਦੇ। ਸੋ ਬੜੀ ਪਿਆਰੀ ਨੀਂਦ ਆ ਜਾਂਦੀ। ਸੋ ਕੁਛ ਨਿੱਕੇ ਨਿੱਕੇ ਨੁਕਤੇ ਨੇ ਜੇ ਅਸੀਂ ਕਰ ਸਕੀਏ। ਇਹਨਾਂ ਨਾਲ ਹੁਣ ਇੱਕ ਖਾਸ ਨੁਕਤਾ ਦੱਸਦੇ ਹਾਂ ਜੀ। ਸਿਰ ਦੁਖਦੇ ਸਮੇਂ ਜੇ ਤੁਸੀਂ ਉਹ ਨਾ ਅੱਜ ਕੱਲ੍ਹ ਮਿਲਦੇ ਵੀ ਨੇ ਤੁਹਾਨੂੰ ਵੈਸੇ, ਪਰ ਜਾਂ ਤੁਸੀਂ ਠੰਡਾ ਜੇ ਪੱਟੀਆਂ ਵੈਸੇ ਅੱਜ ਕੱਲ੍ਹ ਮਿਲਦੀਆਂ ਨੇ ਜਿਹੜੀਆਂ ਫਰਿੱਜ ਵਿੱਚ ਰੱਖੋ ਤੇ ਉਹ ਆਈਸ ਜੰਮ ਜਾਂਦੀਆਂ ਨੇ। ਸੋ ਉਹ ਜੇ ਤੁਸੀਂ ਇਸ ਤਰ੍ਹਾਂ ਸਿਰ ਦੇ ਆਲੇ ਦੁਆਲੇ ਥੋੜ੍ਹਾ ਜਿਹਾ ਦੇਰ ਹੀ ਰੱਖੋ, 2-3 ਮਿੰਟ ਵਿੱਚ ਹੀ ਤੁਹਾਨੂੰ ਇੱਕਦਮ ਆਰਾਮ ਆ ਸਕਦਾ ਵੀ, ਬਜਾਏ ਹਮੇਸ਼ਾ ਹੀ ਤੁਸੀਂ ਗੋਲੀਆਂ ਲੈਣੀਆਂ। ਜਾਂ ਫਿਰ ਤੁਸੀਂ ਥੋੜ੍ਹੀ ਦੇਰ ਵੀ ਬਿਲਕੁਲ ਡਾਰਕ ਰੂਮ ਕਰ ਲਵੋ ਜਿੱਥੇ ਆਵਾਜ਼ ਨਹੀਂ ਹੈ, ਤੁਸੀਂ ਉੱਥੇ ਹੀ ਬੈਠ ਕੇ ਭਾਵੇਂ ਯਾਨੀ ਕੋਈ ਹਲਕਾ ਮਧੁਰ ਗੀਤ, ਕੋਈ ਜਿਹੜਾ ਬਿਲਕੁਲ ਲੈਣਾ ਦੇਣਾ ਕਿਸੇ ਰੂਟੀਨ ਵਰਕ 'ਚ ਨਹੀਂ ਹੈ, ਉਸ ਤਰ੍ਹਾਂ ਦੀ ਕੋਈ ਜੇ ਤੁਸੀਂ ਗੁਣਗੁਣਾ ਲਵੋ, ਜਾਂ ਆਪਣਾ ਬਚਪਨ ਦਾ ਕੋਈ ਗੱਲ ਜਾਂ ਕੋਈ ਵੀ ਯਾਨੀ ਲੋਕ ਗੀਤ ਹੀ ਸਹੀ, ਉਹਦੇ ਨਾਲ ਤੁਸੀਂ ਦੇਖੋ ਕਿ ਇੱਕਦਮ ਹੀ ਤੁਸੀਂ ਬਿਨਾਂ ਦਵਾਈ ਦੇ ਵੀ ਸਹਿਜ ਹੋ ਜਾਂਦੇ ਹੋ ਜੀ। ਸੋ ਇਹ ਚੀਜ਼ਾਂ ਨੇ ਜਿਨ੍ਹਾਂ ਨਾਲ ਆਪਾਂ ਮਿਗਰੇਨ ਦਾ ਅਟੈਕ ਜਿਹੜਾ ਉਸ ਦੌਰਾਨ ਵੀ ਜਦੋਂ ਤਿੱਖੀ ਦਰਦ ਸ਼ੁਰੂ ਹੋ ਜਾਏ ਫਿਰ ਤਾਂ ਦਵਾਈ ਤੁਹਾਨੂੰ ਪੇਨ ਕਿਲਰ ਲੈਣੀ ਪੈਂਦੀ ਹੈ ਜੀ। ਬਟ ਅਦਰਵਾਈਜ਼ ਜੇ ਤੁਹਾਨੂੰ ਉਲਟੀਆਂ ਆਉਣ ਲੱਗ ਗਈਆਂ ਜਾਂ ਦਿਲ ਕੱਚਾ ਹੋ ਰਿਹਾ ਫਿਰ ਵੀ ਦਵਾਈ ਲੈਣੀ ਪੈਣੀ ਹੈ। ਅਦਰਵਾਈਜ਼ ਫਿਰ ਤੁਸੀਂ ਇਹ ਚੀਜ਼ਾਂ ਜੇ ਕਰੋਗੇ ਤਾਂ ਤੁਹਾਨੂੰ ਪਹਿਲਾਂ ਹੀ, ਕਿਉਂਕਿ ਪਤਾ ਵਾਰਨਿੰਗ ਲੱਗ ਜਾਂਦੀ ਹੈ ਵੀ ਹੋ ਰਿਹਾ ਮੈਨੂੰ, ਤਾਂ ਤੁਸੀਂ ਆਪਣਾ ਅਬੋਰਟ ਕਰ ਸਕਦੇ ਜੀ। ਸੋ ਡਾਕਟਰ ਸਾਹਿਬਾ, ਤੁਸੀਂ ਮਾਈਗ੍ਰੇਨ ਕਿਉਂ ਹੁੰਦਾ, ਇਹਦੇ ਲੱਛਣ ਕੀ ਨੇ, ਇਹ ਤੋਂ ਕਿਵੇਂ ਬਚਾਅ ਕੀਤਾ ਜਾ ਸਕਦਾ, ਜਾਂ ਕਿਹੜੀ ਦਵਾਈ ਲਈ ਜਾ ਸਕਦੀ, ਜਾਂ ਦਵਾਈ ਕਦੋਂ ਲਈ ਜਾ ਸਕਦੀ ਹੈ?
ਬਹੁਤ ਵਿਸਥਾਰਤ ਜਾਣਕਾਰੀ ਦਿੱਤੀ ਹੈ ਜੀ। ਤੁਹਾਡਾ ਧੰਨਵਾਦ। ਕਿਸ ਦਿਨ ਫੇਰ ਮੁਲਾਕਾਤ ਕਰਾਂਗੇ। ਸਤਿ ਸ਼੍ਰੀ ਅਕਾਲ। ਧੰਨਵਾਦ ਜੀ। ਦੋਸਤੋ, ਇਹ ਸੀ ਕੁੱਲ ਮਿਲਾ ਕੇ ਆਪਣਾ ਅੱਜ ਦਾ ਪ੍ਰੋਗਰਾਮ। ਜੇਕਰ ਚੰਗਾ ਲੱਗਿਆ ਤੁਹਾਡੇ ਤਾਂ ਕੰਮ ਆ ਹੀ ਗਿਆ, ਹੋਰਨਾਂ ਦੇ ਵੀ ਕੰਮ ਆ ਸਕੇ, ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਨਾਲ ਹੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਆਪਣੀ ਕੀਮਤੀ ਰਾਏ ਸਾਡੇ ਤੱਕ ਪੁੱਜਦੀ ਕਰਿਓ ਤਾਂ ਕਿ ਸਾਨੂੰ ਪਤਾ ਲੱਗ ਸਕੇ ਕਿ ਸਿਹਤ ਸੰਸਾਰ ਦੀ ਇਹ ਕਿਸ਼ਤ ਤੁਹਾਨੂੰ ਕਿਵੇਂ ਲੱਗੀ। ਜਾਣ ਤੋਂ ਪਹਿਲਾਂ ਕਹਾਂਗਾ, ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ ਤੇ ਰੱਬ ਰਾਖਾ।